बहुत ही प्यार भरी ते मिठी ते निੱਘੀ सत श्री अकाल सारे फगवाड़ा प्राइम टाइम टीवी के व्यूअर्स ਨੂੰ। इस टाइम ਤੁਸੀਂ देखो ਅਸੀਂ खड़े हाँ टोल प्लाजा ਤੇ ਫਿਲੌਰ ਲੁਧਿਆਣਾ जीटी रोड के उत्ते सतलुज दरिया के पुल के उपर टोल प्लाजा ਜਿਹੜਾ ਬਣਿਆ ਹੋਇਆ ਹੈ। ਅਸੀਂ ਉਸ ਟਾਈਮ ਤੇ ਖੜੇ ਹਾਂ सतलुज दरिया के कोल खड़े हैं हाईवे ਤੇ खड़े हैं जीटी रोड ਤੇ खड़े हैं। देखो आज टोल प्लाजा के उत्ते लंगर सेवा चल रही है पिछले 2 महीने तो चल रही है। संगत ਦੇ ਸੰਯੋਗ ਦੇ ਨਾਲ ਚੋਣ ਕਰਦੇ ਚੱਲਦੇ ਨੇ ਪਏ ਦਿੱਲੀ ਦੀ ਬੂਹਾਂ ਤੇ ਚੱਲ ਰਿਹਾ ਹੈ ਪਿਛਲੇ 6 ਮਹੀਨੇ ਤੋਂ ਬਟ ਇੱਥੇ ਸੰਘਰਸ਼ ਚੱਲ ਰਿਹਾ ਪਿਛਲੇ 9 ਮਹੀਨੇ ਤੋਂ ਚੱਲ ਰਿਹਾ ਹੈ। ਜਿਹੜੇ 3 ਖੇਤੀਬਾੜੀ ਕਾਨੂੰਨ ਸਰਕਾਰ ਨੇ ਬਣਾਏ ਆ ਉਹਦੇ ਖਿਲਾਫ ਖੜੇ ਹੋਏ ਨੇ। ਦੇਖ ਸਕਦੇ ਹੋ ਉਹਨਾਂ ਨੇ ਫ੍ਰੀ ਕੀਤਾ ਹੋਇਆ ਹੈ। ਰੁਕੀ ਕਿਤੇ ਵੀ ਕਈ ਮਹੀਨੇ ਹੋ ਚੁੱਕੇ ਨੇ। ਇਸ ਟਾਈਮ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ। ਤੁਹਾਨੂੰ ਦੱਸ ਰਹੇ ਹਾਂ ਕਿ ਇੱਥੇ ਲੰਗਰ ਸੇਵਾ ਵੀ ਚੱਲ ਰਹੀ ਹੈ ਪਿਛਲੇ ਕਈ ਮਹੀਨੇ ਤੋਂ ਚੱਲ ਰਹੀ ਹੈ। ਜਿਹੜੇ ਵੀ ਸੇਵਾਦਾਰ ਆਪਣੀ ਡਿਊਟੀ ਨਿਭਾਉਣ ਲਈ ਦਿੱਲੀ ਦੇ ਬਾਰਡਰ ਤੇ ਪਹੁੰਚ ਰਹੇ ਨੇ ਉਹ ਇੱਥੋਂ ਲੰਗਰ ਸੇਵਾ ਤੋਂ ਹੋ ਕੇ ਜਾ ਰਹੇ ਨੇ। ਦੇਖ ਸਕਦੇ ਹੋ ਇੱਥੇ ਲੰਗਰ ਸੇਵਾ देख सकते हो। ਅੱਜ ਵੀ ਕਈ ਗੱਡੀਆਂ ਜਾ ਰਹੀਆਂ ਨੇ ਜਿਹੜੀਆਂ ਦਿੱਲੀ ਗੱਡੀ ਜਾ ਰਹੀਆਂ ਨੇ ਸੇਵਾ ਲਈ। ਸੇਵਾਦਾਰ ਪਹੁੰਚ ਰਹੇ ਨੇ ਉੱਥੇ ਉਹ ਇੱਥੇ ਲੰਗਰ ਹਾਲ ਤੋਂ ਇਕੱਠੇ ਹੋ ਕੇ ਲੰਗਰ ਸੇਵਾ 'ਚ ਆਪਣੀ ਯੋਗਦਾਨ ਦੇ ਕੇ ਫਿਰ ਦਿੱਲੀ ਦੀ ਕੂਚ ਕਰਦੇ ਨੇ। ਇਹ ਤੁਹਾਡੇ ਸਾਹਮਣੇ ਆ ਸਾਰੇ ਸੇਵਾਦਾਰ ਨੇ ਜਿਹੜਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਇੱਥੇ ਉਹਨਾਂ ਦੇ ਪ੍ਰੈਸ ਸਕੱਤਰ ਵੀ ਹੈਗੇ ਨੇ, ਅਲੱਗ-ਅਲੱਗ ਸੀਟਾਂ ਵੀ ਹੈਗੇ ਨੇ। ਇਹ ਸਾਰੇ ਇੱਥੇ ਇਸ ਟਾਈਮ ਇਕੱਤਰ ਹੋ ਰਹੇ ਨੇ ਕਿੱਥੇ ਜਾਣ ਵਾਸਤੇ ਦਿੱਲੀ ਦੇ ਲਈ ਕੂਚ ਕਰਨ ਲਈ। ਇਹ ਇਸ ਟਾਈਮ ਇੱਕ ਨੈਸ਼ਨਲ ਹੀਰੋ ਬਣ ਚੁੱਕੇ ਨੇ। ਇਹ ਸਾਰੇ ਕਿਸਾਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਸਾਰੇ ਕਿਸਾਨਾਂ ਦੀ ਨੁਮਾਇੰਦਗੀ ਕਰ ਰਹੇ ਨੇ ਜਿਹੜੇ ਪੂਰੇ ਹਿੰਦੁਸਤਾਨ ਦੇ ਕਿਸਾਨ ਨੇ। ਹਿੰਦੁਸਤਾਨ ਦੇ ਕਿਸਾਨ ਜਿਹੜੇ ਖੇਤੀ ਬਿੱਲ ਕਿੰਨਾਂ ਦੇ ਖਿਲਾਫ ਖੜੇ ਨੇ, 3 ਖੇਤੀ ਬਿੱਲਾਂ ਨੂੰ ਗਲਤ ਸਮਝਦੇ ਨੇ, ਕਾਲੇ ਕਾਨੂੰਨ ਸਮਝਦੇ ਨੇ, ਉਹਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਨੇ। ਆਓ ਇਹਨਾਂ ਦੇ ਜ਼ੁਬਾਨੀ ਸੁਣਦੇ ਆ ਕਿ ਇੱਥੇ ਕਿੱਥੇ ਖੜੇ ਹੋ, ਕਿੱਥੇ ਕੰਮ ਕਰੇ ਹੋ, ਕੀ ਮਕਸਦ ਹੈ ਇਹਨਾਂ ਦਾ। ਆਪਣਾ ਮੈਨੇ ਨਾਮ ਦੱਸੋ ਤਾਂ ਸਾਡੇ ਮੈਂ ਜਨਰਲ ਦੇ ਸੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਹੜੇ ਆ ਸੂਬਾ ਕੈਸ਼ੀਅਰ। ਅੱਜ ਅਸੀਂ ਦਿੱਲੀ ਦੇ ਜਿਹੜੇ ਆ ਸਿੰਘੂ ਬਾਰਡਰ ਤੇ ਜਾਣ ਲਈ ਜਿਹੜਾ ਜਥਾ ਆ ਜੀ ਅੱਜ ਟੋਲ ਪਲਾਜ਼ਾ ਲੰਘੋਵਾਲ ਖੜੇ ਆ। ਸਾਥੀਆਂ ਨੂੰ ਉਡੀਕ ਰਹੇ ਆ ਆਪਣਾ ਜਥਾ ਬਣਾ ਕੇ ਜਿਹੜਾ ਆ ਅਸੀਂ ਦਿੱਲੀ ਜਾ ਰਹੇ ਹਾਂ। ਇਹ ਜਿਹੜਾ 6 ਮਹੀਨੇ ਤੋਂ ਬਾਅਦ 7ਵੇਂ ਮਹੀਨੇ ਦੇ ਵਿੱਚ ਜਿਹੜਾ ਹੈ ਮੋਰਚਾ ਜਿਹੜਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਆ ਉਹ ਹਾਜ਼ਰ ਹੋ ਗਿਆ। ਉਹ ਦਾਖਲ ਹੋਣ ਤੋਂ ਬਾਅਦ ਲਗਾਤਾਰ ਪਿੰਡਾਂ ਦੇ ਜਿਹੜੇ ਲੋਕ ਜਿਹੜੇ ਸਾਡੇ ਕਿਸਾਨ ਆ, ਬਾਕੀ ਭਾਈਚਾਰਾ ਮਜ਼ਦੂਰ ਆ, ਵਪਾਰੀ ਆ, ਦੁਕਾਨਦਾਰ ਆ, ਸਾਰੇ ਜਿਹੜੇ ਆ ਉਹ ਮੋਰਚੇ ਵਿੱਚ ਲਗਾਤਾਰ ਜਿਹੜੀ ਆਪਣੀ ਹਾਜ਼ਰੀ ਨੂੰ ਵਧਾ ਰਹੇ ਆ। ਕਿਸਾਨ ਵੀ ਪਿੰਡਾਂ ਦੇ ਵਿੱਚ ਆਪਣਾ ਕੰਮ ਨੂੰ ਨਿਬੇੜ ਕੇ ਫਿਰ ਮੋਰਚਿਆਂ ਵਿੱਚ ਜਾ ਕੇ ਆਪਣੀ ਜਿਹੜੀ ਆ ਗਿਣਤੀ ਨੂੰ ਵਧਾ ਰਿਹਾ ਆ। ਲਗਾਤਾਰ ਜਿਹੜੇ 3 ਕਾਨੂੰਨ ਆ ਉਹਨਾਂ ਨੂੰ ਰੱਦ ਕਰਾਉਣ ਦੇ ਵਾਸਤੇ, ਜਿਹੜਾ 220 ਬਿਜਲੀ ਸੋਧ ਬਿੱਲ ਆ ਉਹਨੂੰ ਰੱਦ ਕਰਾਉਣ ਵਾਸਤੇ, ਜਿਹੜਾ ਪਰਾਲੀ ਵਾਲਾ ਉਹਨੂੰ ਰੱਦ ਕਰਾਉਣ, MSP ਜਿਹੜੀ ਸਰਕਾਰੀ ਰੇਟ ਉਹਨੂੰ ਮੰਨ ਲਓ ਵੀ ਉਹ ਕਾਨੂੰਨ ਬਣਾਉਣ ਤੇ ਜਿੰਨਾ ਚਿਰ ਸਰਕਾਰ ਬਣਾਉਂਦੀ ਉਹਨਾਂ ਚਿਰ ਜਿਹੜਾ ਇਹ ਮੋਰਚਾ ਲਗਾਤਾਰ ਜਿਹੜਾ ਉੱਥੇ ਚੱਲਦਾ ਰਹਿਣਾ ਆ। ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ, BJP ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜਾ ਤਾਨਾਸ਼ਾਹ ਰਵੱਈਆ ਆ ਉਹਨੂੰ ਜਿਹੜਾ ਆ ਉਹਨੂੰ ਅਖਤਿਆਰ ਜਿਹੜਾ ਛੱਡ ਕੇ ਉਹਨੂੰ ਜਿਹੜਾ ਇਨਸਾਨੀਅਤ ਤੌਰ ਤੇ ਜਿਹੜੀ ਗੱਲਬਾਤ ਦੀ ਜਿਹੜੀ ਆ ਉਹ ਤੋੜਨੀ ਚਾਹੀਦੀ ਆ। ਜਿਹੜਾ ਉਹਦੇ ਅੰਦਰ ਭੁਲੇਖਾ ਆ ਵੀ ਸ਼ਾਇਦ ਲੰਮਾ ਇਹ ਮੋਰਚਾ ਹੋਣ ਤੋਂ ਬਾਅਦ ਲੋਕ ਜਿਹੜੇ ਆ ਘਰਾਂ ਨੂੰ ਚੱਲ ਜਾਣਗੇ, ਲੋਕ ਜਿਹੜੇ ਆ ਉਹ ਘਰਾਂ ਨੂੰ ਨਹੀਂ ਜਾਣਗੇ। ਲੋਕਾਂ ਨੇ ਆਪਣਾ ਮਨ ਬਣਾ ਲਿਆ। ਸਿਆਲ ਦੇ ਵਿੱਚ ਪਹਿਲਾਂ ਟਰਾਲੀਆਂ ਵਿੱਚ ਜਾ ਕੇ ਲੋਕਾਂ ਨੇ ਆਪਣੇ ਮਤਲਬ ਘਰ ਬਣਾਏ, ਹੁਣ ਉੱਥੇ ਝੁੱਗੀਆਂ ਬਣਾ ਕੇ ਪੱਕੇ ਮਕਾਨ ਬਣਾ ਕੇ ਲਗਾਤਾਰ ਜਿੰਨਾ ਚਿਰ ਮੋਦੀ ਸਰਕਾਰ ਜਿਹੜੀ ਆ ਉਹ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤੇ MSP ਜਿਹੜੀ ਆ ਬਣਾਉਂਦੀ ਨਹੀਂ ਉਹਨਾਂ ਚਿਰ ਜਿਹੜਾ ਮੋਰਚਾ ਲਗਾਤਾਰ ਜਾਰੀ ਰਹਿਣਾ। ਲਗਾਤਾਰ ਡਟੇ ਰਹਿਣ ਦੀ ਕਾਫੀ ਦੀ ਲੋੜ ਹੁੰਦੀ ਹੈ, ਹਿੰਮਤ ਦੀ ਲੋੜ ਹੁੰਦੀ ਹੈ, ਮਿਹਨਤ ਦੀ ਲੋੜ ਹੁੰਦੀ ਹੈ। ਇਹ ਜਿਹੜਾ ਤੁਹਾਨੂੰ ਪ੍ਰੇਰਨਾ ਕਿੱਥੋਂ ਇੰਨੀ ਮਿਲਦੀ ਹੈ ਕਿ ਜਿਹੜਾ ਤੁਸੀਂ ਇੰਨਾ ਲਗਾਤਾਰ ਡਟੇ ਹੋਏ ਹੋ ਪਿਛਲੇ 6 ਮਹੀਨੇ ਤੋਂ। ਸੰਘਰਸ਼ ਭਾਵੇਂ 9 ਮਹੀਨੇ ਤੋਂ ਚੱਲ ਰਿਹਾ, ਬਾਰਡਰਾਂ ਤੇ 6 ਮਹੀਨੇ ਤੋਂ ਬੈਠੇ, ਇੰਨੀ ਤਾਕਤ ਕਿੱਥੋਂ ਮਿਲੀ ਤੁਹਾਨੂੰ? ਸਾਨੂੰ ਪੰਜਾਬ ਵਿੱਚ ਤਾਂ ਮੰਨ ਲਓ ਲੱਗਣ ਪੂਰਾ ਸਾਲ ਹੋ ਗਿਆ। ਪੰਜਾਬ ਵਿੱਚ ਸਾਲ ਹੋ ਗਿਆ, ਉੱਥੇ 7ਵੇਂ ਮਹੀਨੇ ਦਾ ਜਿਹੜਾ ਮੋਰਚਾ ਦਾਖਲ ਹੋ ਗਿਆ। ਆਪਾਂ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਜਨਮ ਲਿਆ, ਆਪਣੇ ਗੁਰੂਆਂ ਦਾ ਜਿਹੜਾ ਵਿਰਸਾ ਆ ਉਹਨਾਂ ਨੇ ਵੀ ਮੰਨ ਲਓ ਵੀ ਜ਼ਾਲਮਾਂ ਦੇ ਨਾਲ ਟੱਕਰ ਲੈ ਕੇ ਕੁਰਬਾਨੀਆਂ ਭਰਿਆ ਜਿਹੜਾ ਉਹਨਾਂ ਦਾ ਵਿਰਸਾ ਉਹਦੇ ਤੋਂ ਆਪਾਂ ਨੂੰ ਜਿਹੜੀ ਸਿੱਖਿਅਤ ਮਿਲਦੀ ਹੈ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੋਈ ਮਹੀਨਿਆਂ ਦਾ ਨਹੀਂ, ਕੋਈ ਸਾਲਾਂ ਦਾ ਨਹੀਂ, ਬੜਾ ਲੰਮਾ ਸੰਘਰਸ਼ ਜਿਹੜਾ ਆ ਉਹ ਇਸ ਧਰਤੀ ਦੇ ਉੱਤੇ ਹੋਇਆ ਤੇ ਆਖਰ ਜਾ ਕੇ ਜਿਹੜੇ ਹਾਕਮ ਉਹ ਹਾਰੇ ਆ।
ਤੇ ਜਿਹੜਾ ਦੇਸ਼ ਆਜ਼ਾਦ ਹੋਇਆ। ਇਸੇ ਤਰ੍ਹਾਂ ਭਗਤ ਸਿੰਘ ਆ, ਕਰਤਾਰ ਸਿੰਘ ਸਰਾਭਾ, ਉਹਨਾਂ ਦਾ ਸਨਾਮ ਹੈ, ਉਹਨਾਂ ਦਾ ਵਿਰਸਾ ਸਾਡੇ ਸਾਰੇ ਪੂਰੇ ਭਾਰਤ ਦੇ ਲੋਕਾਂ ਦੇ ਕੋਲ ਹੈ। ਜਿਹੜੇ ਚਾਚਾ ਜੀ ਸੀ ਉਹਨਾਂ ਨੇ ਵੀ 20ਵੀਂ ਸਦੀ ਦੇ ਵਿੱਚ ਇੱਕ ਮੋਰਚਾ ਖੋਲ੍ਹਿਆ ਸੀ ਬ੍ਰਿਟਿਸ਼ਰ ਦੇ ਖਿਲਾਫ। ਉਹ ਬ੍ਰਿਟਿਸ਼ਰ ਦੀ ਸਰਕਾਰ ਸੀ, ਉਹ ਵੀ ਕਿਸਾਨੀ ਮੋਰਚਾ ਸੀ, ਉਹਨਾਂ ਨੇ ਵੀ ਕਿਸਾਨੀ ਦੀ ਜੰਗ ਲੜੀ ਸੀ। ਉਹ 9 ਮਹੀਨੇ ਤੋਂ ਬਾਅਦ 113 ਸਾਲ ਤੋਂ ਬਾਅਦ ਇਹ ਜਿਹੜਾ ਮੋਰਚਾ ਲੱਗਿਆ, 113 ਸਾਲ ਪਹਿਲਾਂ ਜਿਹੜਾ 1907 ਦੇ ਵਿੱਚ ਚਾਚਾ ਅਜੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਲੱਗਾ ਸੀ। ਉਸ ਵੇਲੇ ਵੀ ਅੰਗਰੇਜ਼ ਜਿਹੜਾ 3 ਕਾਨੂੰਨ ਲੈ ਕੇ ਆਇਆ ਸੀ, ਜਿੱਦਾਂ ਅੱਜ ਕਾਨੂੰਨ ਸਰਕਾਰ ਲੈ ਕੇ ਆਈ ਆ, ਉਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਾਸਤੇ ਉਸ ਵੇਲੇ ਨਾਅਰਾ ਦਿੱਤਾ ਗਿਆ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ। ਉਹਦਾ ਨਾਅਰਾ ਹੀ ਇਸ ਕਰਕੇ ਸੀ ਵੀ ਕਾਨੂੰਨ ਇੰਨੇ ਸਖਤ ਸੀ ਕਿ ਕਿਸਾਨ ਦੀ ਜਿਹੜੀ ਸਿਰ ਤੋਂ ਆ ਉਹ ਪਗੜੀ ਲੈ ਗਏ ਸੀ। ਲੋਕਾਂ ਨੂੰ ਲਾਮਬੰਦ ਕਰਨ ਲਈ, ਜਥੇਬੰਦ ਕਰਨ ਲਈ ਇਹ ਨਾਅਰਾ ਦਿੱਤਾ ਵੀ ਪਗੜੀ ਨੂੰ ਜਿਹੜਾ ਸੰਭਾਲਣ ਲਈ ਸਾਨੂੰ ਜਥੇਬੰਦ ਹੋਣਾ ਚਾਹੀਦਾ। ਉਹ ਉਸ ਵੇਲੇ ਲੰਮੇ ਸੰਘਰਸ਼ ਵਾਲੇ ਅੰਗਰੇਜ਼ ਨੂੰ ਜਿਹੜੇ ਆ ਉਹ ਕਾਨੂੰਨ ਵਾਪਸ ਲੈਣੇ ਪਏ ਆ। ਉਹ ਜਿਹੜਾ ਇਤਿਹਾਸ ਆ ਉਹਨੂੰ ਅਸੀਂ ਪੜ੍ਹ ਰਹੇ ਆ, ਤੇ ਜਿਹੜਾ ਇਹ ਇਤਿਹਾਸ ਆ ਇਹ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਆ ਉਹ ਇਹਨੂੰ ਜਿਹੜਾ ਜਾਣਨਗੀਆਂ। ਇਸ ਕਰਕੇ ਸਾਡੇ ਕੋਲ ਜਿਹੜੀ ਆਸ ਆ ਵੀ ਆਸ ਤਾਈਂ ਅਖੀਰ ਤਾਈਂ ਜਿੱਤ ਕੇ ਜਿਹੜਾ ਉਹ ਘਰਾਂ ਨੂੰ ਮੁੜਾਂਗੇ। ਜਦੋਂ ਪਹਿਲਾਂ ਵੀ ਇੱਥੋਂ 25 ਨਵੰਬਰ ਨੂੰ ਤੁਰੇ ਆ, ਉਦੋਂ ਵੀ ਜਦੋਂ ਮੀਡੀਆ ਸਾਹਮਣੇ ਸਾਰੀਆਂ ਜਥੇਬੰਦੀਆਂ ਨੇ ਇਕੱਠੀਆਂ ਗੱਲ ਕਹੀ ਕਿ ਅਸੀਂ 6 ਮਹੀਨੇ ਦੇ ਰਾਸ਼ਨ ਜਿਹੜੇ ਆ ਉਹ ਲੈ ਕੇ ਚੱਲੇ ਆ। ਉਹ ਤੁਹਾਡੇ ਸਾਹਮਣੇ ਕੋਈ ਫਰਾਡ ਨਹੀਂ ਹੋਇਆ। ਜਿਹੜਾ ਮੋਰਚਾ 6 ਮਹੀਨੇ ਪੂਰੇ ਕਰਕੇ 7ਵੀਂ ਵਿੱਚ ਦਾਖਲ ਹੋ ਗਿਆ। ਇਸ ਕਰਕੇ ਵੀ ਜਿੱਤ ਕੇ ਜਿਹੜਾ ਉਹ ਅਸੀਂ ਵਾਪਸ ਲੈ ਅੰਗਰੇਜ਼ਾਂ ਨੂੰ ਕਿਸਾਨਾਂ ਦੀ ਗੱਲ ਸੁਣਨ ਲਈ 9 ਮਹੀਨੇ ਲੱਗੇ ਸੀ। 9 ਮਹੀਨੇ ਬਾਅਦ ਅੰਗਰੇਜ਼ਾਂ ਦੀ ਨੀਂਦ ਖੁੱਲ ਗਈ ਸੀਗੀ। ਬਟ ਹੁਣ 113 ਸਾਲ ਬਾਅਦ ਜਿੱਦਾਂ ਜਿਹੜੀ ਹੁਣ ਦੀ ਸਰਕਾਰ ਹੈ, ਇਹ ਤੇ ਇੱਕ ਲੋਕਤਾਂਤਰਿਕ ਸਰਕਾਰ ਆ, ਸਾਡੀ ਆਪਣੀ ਚੁਣੀ ਹੋਈ ਸਰਕਾਰ ਆ। ਤੁਹਾਨੂੰ ਕੀ ਲੱਗਦਾ ਕਿ ਕਿੰਨੇ ਮਹੀਨਿਆਂ 'ਚ ਇਹਨਾਂ ਦੀ ਨੀਂਦ ਖੁੱਲ ਸਕਦੀ ਹੈ? ਦੇਖੋ ਜੀ, ਸਾਨੂੰ ਇੱਕ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਸਾਨੂੰ ਦੇਖਣ ਨੂੰ ਤਾਂ ਹੋ ਸਕਦਾ ਵੀ ਭਾਰਤ ਦੀ ਸਰਕਾਰ ਆ, ਸਾਡੀ ਲੋਕਤੰਤਰ ਦੇ ਨਾਲ ਜੁੜੀ ਹੋਈ ਸਰਕਾਰ ਆ। ਅਸਲ ਦੇ ਵਿੱਚ ਮੋਦੀ ਨਹੀਂ, ਪੂਰੀ ਦੁਨੀਆ ਦਾ ਜਿਹੜਾ ਸਾਮਰਾਜ ਆ ਉਹ ਮੋਦੀ ਦੀ ਪਿੱਠ ਦੇ ਉੱਤੇ ਖੜਾ ਆ। ਤਾਂਹੀਓ ਜੇ ਮੋਦੀ ਇਕੱਲਾ ਹੁੰਦਾ ਤਾਂ ਬਹੁਤ ਚਰਦੀ ਬਾਂਹ ਮਰੋੜੀ ਜਾਣੀ ਸੀ। ਇਹਦੇ ਪਿੱਛੇ ਦੁਨੀਆ ਦਾ ਸਾਮਰਾਜ ਖੜਾ ਆ। ਉਹ ਜਿਹੜੇ ਕਾਨੂੰਨ ਆ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਦੇ ਵਿੱਚ ਆ, ਚਾਹੇ ਉਹ ਕਾਰਪੋਰੇਟ ਮਤਲਬ ਅਮਰੀਕਾ ਦਾ ਹੋਵੇ, ਕੈਨੇਡਾ ਦਾ ਹੋਵੇ ਜਾਂ ਸਾਡੇ ਦੇਸ਼ ਦਾ ਹੋਵੇ। ਇਹ ਉਹਨਾਂ ਦੇ ਹਿੱਤ ਦੇ ਵਿੱਚ ਆ। ਉਹ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਜਿਹੜੇ ਆ ਉਹ ਇਹਨਾਂ ਦੀ ਪਿੱਠ ਤੇ ਖੜੇ ਆ। ਤਾਂਹੀਓ ਮੋਦੀ ਸਾਹਿਬ ਆਖ ਰਹੇ ਆ। ਦੂਜੀ ਗੱਲ ਇਹ ਕਹਿਣੀ ਚਾਹੁੰਦੇ ਆ ਵੀ ਜਿਹੜੇ ਸਾਡੇ ਪੰਜਾਬ ਦੇ ਬੀਜੇਪੀ ਦੇ ਲੀਡਰ ਆ ਜਿਹੜੇ ਉਹ ਕਈ ਵਾਰੀ ਬੈਠ ਕੇ ਗੱਲਾਂ ਕਰਦੇ ਆ ਵੀ ਕਾਨੂੰਨ ਬਹੁਤ ਚੰਗੇ ਆ। ਦੂਸਰਾ ਉਹਨੇ ਕਹਿਣਾ ਚਾਹੁੰਦੇ ਆ ਵੀ ਰੋਜ਼ ਪ੍ਰਾਈਵੇਟ ਮੰਨ ਲਓ ਪੈਟਰੋਲ ਡੀਜ਼ਲ ਗੈਸ ਜਿਹੜੀ ਪ੍ਰਾਈਵੇਟ ਹੋ ਗਈ ਆ, ਲਗਾਤਾਰ ਇਹਦੇ ਭਾਅ ਵੱਧਦੇ ਆ। ਤੇ ਅਸੀਂ ਕਹਿ ਰਹੇ ਲੋਕ ਸਾਡਾ ਇੱਥੇ ਮੰਨ ਲਓ ਲੋਕਤੰਤਰ ਆ, ਸਾਡੀ ਜਮਹੂਰੀਅਤ ਆ। ਮੰਨ ਲਓ ਜਮਹੂਰੀਅਤ ਕਿੱਥੇ ਆ? ਉਹ ਵਪਾਰੀ ਜਿਹੜੇ ਆਪਣੀ ਮਰਜ਼ੀ ਨਾਲ ਜਿਹੜੇ ਰੇਟ ਵਧਾ ਰਹੇ ਆ। ਇੱਥੇ ਮੰਨ ਲਓ ਰਾਜਸਥਾਨ ਦੇ ਵਿੱਚੋਂ ਸਰੋਂ ਜਿਹੜੀ ਆ ਉਹ ਲਾਇੰਸ ਵਾਲਿਆਂ ਨੇ ਸਾਰੀ ਖਰੀਦ ਲਈ ਆ। ਉਹ ਜਿਹੜਾ ਗਰੇਵਾਲ ਸਾਹਿਬ ਆ ਬੀਜੇਪੀ ਦੇ ਲੀਡਰ ਕਹਿ ਰਹੇ ਆ ਵੀ ਜਿਹੜਾ MSP ਰੇਟ ਆ ਉਹ ਤੋਂ 5 ਰੁਪਏ ਵੱਧ ਖਰੀਦੀ ਆ। ਅਸੀਂ ਕਹਿਣਾ ਚਾਹੁੰਦੇ ਆ, ਅਸੀਂ ਅੱਜ ਵੀ ਕਹਿੰਦੇ ਆ ਵੀ ਜਿੰਨਾ ਚਿਰ ਲੋਕ ਇਹਦਾ ਰੇਟ ਤਾਂ ਨਾ ਦੁੱਗਣਾ ਕਰਤਾ ਜੀ। ਮੈਂ ਕਿਹਾ ਜੀ ਉਹ ਕਹਿ ਰਿਹਾ ਨਾ, ਉਹ ਕਹਿ ਰਿਹਾ ਵੀ 5 ਰੁਪਏ ਵਧਾਏ ਆ। ਅਸਲ ਦੇ ਵਿੱਚ ਜਦੋਂ ਪਹਿਲਾਂ ਤੇਲ ਸੀ ਜਿਹੜੀ ਬੋਤਲ ਜਿਹੜੀ 75 ਰੁਪਏ 80 ਰੁਪਏ ਨੂੰ ਮਿਲਦੀ, ਅੱਜ ਉਹ ਬੋਤਲ ਜਿਹੜੀ ਆ 150 ਰੁਪਏ 160 ਰੁਪਏ ਮਿਲਦੀ ਆ। ਇਹ ਆ ਮੰਨ ਲਓ ਇਹ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਦਾ ਜਿਹੜਾ ਨੁਕਸਾਨ ਹੈ ਉਹ ਇਹ ਹੋਣਾ ਬਿਨਾਂ ਕਾਰਪੋਰੇਟ ਲੋਕਾਂ ਨੇ ਪਹਿਲਾਂ ਰੇਟ ਮਤਲਬ ਵੱਧ ਦੇ ਕੇ ਸਾਲ 2 ਸਾਲ ਦੇ ਕੇ ਵੱਧ ਤਾਂ ਕਿਸਾਨਾਂ ਨੂੰ 5 ਰੁਪਏ ਦਿੱਤੇ। ਜਿਹੜੀ ਆਮ ਜਨਤਾ ਖਰੀਦ ਰਹੀ ਆ, ਜਿਹੜੀ ਪੂਰਾ ਹਿੰਦੁਸਤਾਨ ਖਰੀਦਦੇ ਆ, ਉਹ ਦੁੱਗਣੇ ਰੇਟਾਂ ਤੇ ਖਰੀਦਦੇ ਆ। ਉਹ 80 ਰੁਪਏ ਲੀਟਰ ਵੱਧ ਤੇ ਖਰੀਦ ਰਿਹਾ। ਅਸੀਂ ਇਸ ਕਰਕੇ ਕਹਿੰਦੇ ਆ ਜਿਹੜੀ ਅਸਲੀ ਸੱਟ ਵੱਜਣੀ ਆ, ਜਿਹੜੇ ਆਮ ਇਨਸਾਨ ਨੂੰ ਵੱਜਣੀ ਆ, ਜਿਹੜਾ ਮਿਡਲ ਕਲਾਸ ਤਬਕੇ ਨੂੰ ਵੱਜਣੀ ਆ, ਸਾਨੂੰ ਆਪਣੇ ਹਿੰਦੁਸਤਾਨੀਆਂ ਨੂੰ ਵੱਜਣੀ ਆ। ਇਹ ਮਿਡਲ ਕਲਾਸ ਤਬਕੇ ਨੂੰ ਇਹ ਗੱਲ ਸਮਝ ਨਹੀਂ ਪਏਗੀ। ਅਸੀਂ ਇਹ ਗੱਲ ਤਾਈਓ ਕਹਿੰਦੇ ਆ ਵੀ ਜਿਹੜਾ ਮੋਰਚਾ ਇਹ ਲੰਬਾ ਵੀ ਇਸ ਕਰਕੇ ਚੱਲਿਆ ਵੀ ਇਹ ਇਕੱਲੇ ਕਿਸਾਨ ਦੇ ਨਹੀਂ ਵਿਰੋਧ ਵਿੱਚ, ਪੂਰੇ ਦੇਸ਼ ਦੇ ਜਿਹੜੇ ਆ ਹਰ ਇੱਕ ਖਪਤਕਾਰ ਜਿਹੜਾ ਉਹਦੇ ਵਿਰੋਧ ਦੇ ਵਿੱਚ ਆ। ਜਿਹੜਾ ਕਿਸਾਨ ਨੂੰ ਕਿਤੇ ਭਰੇਖਾ ਹੋ ਜਿਹੜੇ ਖਪਤਕਾਰ ਆ, ਜਿਹੜੇ ਕੰਜ਼ੂਮਰਸ ਆ, ਉਹਨਾਂ ਦੇ ਹੱਕ 'ਚ ਆ, ਕਿਉਂਕਿ ਉਹਨਾਂ ਨੂੰ ਜਿਹੜਾ ਪੈਸੇ ਆ ਉਹ ਸਸਤਾ ਮਿਲੂਗਾ ਜੇ ਉਹ ਕਿਸਾਨਾਂ ਦੇ ਥਰੂ ਖਰੀਦੂਗੇ, ਜੇ ਕਾਰਪੋਰੇਟ ਦੇ ਥਰੂ ਖਰੀਦੂਗੇ। ਪਰ ਜਿੱਦਾਂ ਸਰੋਂ ਦਾ ਰੇਟ ਡਬਲ ਹੋ ਗਿਆ ਤਾਂ ਡਬਲ ਹੀ ਹੋ ਜਾਣਾ ਹੈ। ਬਾਕੀ ਵੀ ਤਾਂ ਡਬਲ ਹੋਣਾ। ਇਸ ਕਰਕੇ ਆ ਵੀ ਅਸੀਂ ਫੇਰ ਅੱਜ ਅਪੀਲ ਤੁਹਾਡੇ ਮੀਡੀਆ ਰਾਹੀਂ ਕਰਨੀ ਚਾਹੁੰਦੇ ਆ। ਪੂਰੇ ਦੇਸ਼ ਦੇ ਵਿੱਚ ਜਿੱਥੇ ਵੀ ਸਾਡੇ ਭਰਾ ਕਿਸਾਨ ਆ, ਦੁਕਾਨਦਾਰ ਆ, ਵਪਾਰੀ ਆ, ਕੋਈ ਮਜ਼ਦੂਰ ਆ, ਰੇਹੜੀ ਫੜੀ ਜਿੱਥੇ ਵੀ ਸੁਣਦੇ ਆ, ਤੇ ਸਾਰੇ ਜਿਹੜਾ ਆਪਣਾ ਸਮਾਂ ਕੱਢ ਕੇ ਦਿੱਲੀ ਦੀਆਂ ਪ੍ਰੂਫਾਂ ਤੇ ਆਉਣ ਤੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਜਿਹੜਾ ਰੱਦ ਕਰਾ ਕੇ ਤੇ ਤੁਹਾਡਾ ਮਤਲਬ ਹੈ ਜਿਹੜੀ ਜੰਗ ਹੈਗੀ ਆ ਇਕੱਲੀ ਕਿਸਾਨਾਂ ਦੀ ਨਹੀਂ ਆ, ਆਮ ਇਨਸਾਨ ਦੀ ਜੰਗ ਹੈ। ਕਿਉਂਕਿ ਆਮ ਇਨਸਾਨ ਨੂੰ ਕਿਸੇ ਵੀ ਜਿਹੜੇ ਪ੍ਰੋਡਕਟ ਦੇ ਰੇਟ ਆ ਕੱਲ ਨੂੰ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਆ ਉਹਦੇ ਦਾਮ ਦੁੱਗਣੇ ਤਿੱਗਣੇ ਦੇਣੇ ਪੈਣਗੇ ਜਦੋਂ ਇਹ ਕਾਰਪੋਰੇਟ ਘਰਾਣਿਆਂ ਦੇ ਵਿੱਚ ਕਿਸਾਨੀ ਚੱਲ ਜਾਏਗੀ। ਆਮ ਇਨਸਾਨ ਦੇ ਵਿੱਚੋਂ ਨਿਕਲ ਕੇ ਜੇ ਆਮ ਇਨਸਾਨ ਦੇ ਹੱਕ 'ਚ ਰਹੇਗੀ, ਕਿਸਾਨਾਂ ਦੇ ਹੱਕ 'ਚ ਕਿਸਾਨੀ ਰਹੇਗੀ, ਤਾਂ ਉਹਦੇ ਰੇਟ ਜਿਹੜੇ ਆਮ ਇਨਸਾਨ ਨੂੰ ਸਹੀ ਮਿਲਣਗੇ। ਜਿਹਦਾ ਤੁਸੀਂ ਐਗਜ਼ਾਮਪਲ ਦਿੱਤਾ ਸਰੋਂ ਦੇ ਤੇਲ ਦਾ ਵੀ 5 ਰੁਪਏ ਵੱਧ ਖਰੀਦ ਕੇ 80 ਰੁਪਏ ਵੱਧ ਵੇਚਦੇ ਪਏ ਆ ਕਾਰਪੋਰੇਟ ਘਰਾਣੇ। ਇਹੀ ਕਹਿਣਾ ਚਾਹੁੰਦੇ ਹੋ? ਇਹੀ ਗੱਲ ਜਦੋਂ
ਦਿੱਤੇ 5 ਰੁਪਏ ਆ ਤੇ ਉਹਦਾ ਰੇਟ ਜਾਂ ਦੁੱਗਣਾ ਕਰ ਦਿੱਤਾ 80 ਰੁਪਏ ਲੀਟਰ 80 ਰੁਪਏ ਲੀਟਰ ਕਰ ਦਿੱਤਾ। ਇਸ ਕਰਕੇ ਕਹਿਣਾ ਚਾਹੁੰਦੇ ਆ 80 ਰੁਪਏ ਵਧਾਤੇ। ਇਹ ਜੋ ਮਰਜ਼ੀ ਮੰਨ ਲਓ ਕਰ ਲਓ, ਮੰਨ ਲਓ ਕਿ ਪ੍ਰਾਈਵੇਟ ਆ, ਚਾਹੇ ਉਹ ਸਕੂਲ ਆ, ਕਾਲਜ ਆ, ਰੇਲਵੇ ਆ, ਸਾਡੇ ਟੈਲੀਫੋਨ ਆ, ਬੈਂਕਾਂ ਆ, ਸਭ ਜਿਹੜਾ ਜੋ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਜਾ ਰਿਹਾ, ਲੋਕਾਂ ਦਾ ਜਿਹੜਾ ਖਜੂੰਬਰ ਕੱਢਿਆ ਜਾ ਰਿਹਾ। ਸਾਡੇ ਕੋਲ ਇੱਕੋ ਇੱਕ ਰਾਹ ਆ, ਸਾਡੇ ਉਹਨਾਂ ਦੇਸ਼ ਭਗਤਾਂ ਦਾ, ਗਦਰੀ ਬਾਬਿਆਂ ਦਾ, ਭਾਗ ਸਰਾਬਿਆਂ ਦਾ ਤੇ ਜਥੇਬੰਦ ਹੋ ਕੇ ਲੜ ਕੇ ਮੋਦੀ ਸਰਕਾਰ ਦੇ ਜਿਹੜੇ ਗੋਡੇ ਆ ਉਹਦੇ ਆਪਾਂ ਲੈ ਕੇ ਸੰਘਰਸ਼ ਹੀ ਇੱਕ ਰਸਤਾ ਆ। ਹਾਂਜੀ ਵੀਰ ਜੀ, ਤੁਸੀਂ ਵੀ ਆਪਣਾ ਇੱਕ ਦਿਓ ਤਲਕ ਦਿਓ ਔਰ ਦੱਸੋ ਇਸ ਸੰਘਰਸ਼ ਬਾਰੇ, ਜਾਣੋ ਪਾਓ ਸਾਨੂੰ। ਜਿਹੜਾ ਇਹ ਸੰਘਰਸ਼ ਆ ਸ਼ੁਰੂ ਤਾਂ ਜ਼ਰੂਰ ਕਿਸਾਨਾਂ ਤੋਂ ਹੋਇਆ, ਪੰਜਾਬ ਤੋਂ ਹੋਇਆ, ਪਰ ਹੌਲੀ ਹੌਲੀ ਜਿੱਦਾਂ ਲੋਕਾਂ ਨੂੰ ਸਮਝ ਆਉਂਦੀ ਹੈ ਹਰੇਕ ਵਰਗ ਦਾ ਸੰਘਰਸ਼ ਬਣ ਗਿਆ, ਜਿਹਦੇ ਤੇ ਵਪਾਰੀ ਵਰਗ, ਮੁਲਾਜ਼ਮ, ਹਰੇਕ, ਕਿਉਂਕਿ ਇਹਨੂੰ ਹੁਣ ਲੋਕ ਅੰਦੋਲਨ ਦਾ ਨਾਮ ਮਿਲ ਗਿਆ ਆ। ਇਹਦੇ 'ਚ ਕੋਈ ਵੀ ਪੰਜਾਬ ਤੋਂ ਸ਼ੁਰੂ ਤਾਂ ਪੰਜਾਬ ਤੋਂ ਹੋ ਕੇ ਸਾਰੇ ਦੇਸ਼ ਦੀ ਲੜਾਈ ਤਾਂ ਬਣੀ ਆ, ਵਰਲਡ ਲੈਵਲ ਦੀ ਲੜਾਈ ਬਣ ਗਈ ਆ। ਔਰ ਜਿਹੜੇ ਦੇਸ਼ਾਂ 'ਚ ਪਹਿਲਾਂ ਇਹ ਕਾਨੂੰਨ ਲਾਗੂ ਹੋ ਚੁੱਕੇ ਆ ਉਹ ਵੀ ਇਹ ਚੀਜ਼ ਸੋਚ ਰਹੇ ਆ, ਕਿਉਂਕਿ ਸ਼ੁਰੂ ਤਾਂ ਪੰਜਾਬ ਦੇ ਕਿਸਾਨਾਂ ਨੇ ਲੜਾਈ ਕੀਤੀ ਸੀ, ਮਜ਼ਦੂਰਾਂ ਨੇ ਕੀਤੀ ਸੀ, ਪਰ ਜਿੱਦਾਂ ਹੁਣ ਇਹਨੂੰ ਸਾਥ ਮਿਲ ਰਿਹਾ ਆ, ਦਿਨ ਦੀ ਦਿਨ ਅੰਦੋਲਨ ਵੱਧ ਰਿਹਾ ਆ। ਇਹ ਝੂਠੀਆਂ ਅਫਵਾਹਾਂ ਜਿਹੜਾ ਕੇਂਦਰ ਦਾ ਮੀਡੀਆ ਆਉਂਦਾ ਵੀ ਅੰਦੋਲਨ ਘਟ ਗਿਆ, ਆ ਤੁਹਾਡੇ ਸਾਹਮਣੇ ਹੀ ਆ ਕਿੱਦਾਂ ਲੋਕ ਭੀੜਾਂ ਕੱਢੀ ਜਾ ਰਹੇ ਆ। ਰੋਜ਼ ਤੋਂ ਰੋਜ਼ ਉੱਥੇ ਇਕੱਠ ਵਧ ਰਿਹਾ, ਲੋਕਾਂ ਦੀ ਸਮਝ ਵੱਧ ਰਹੀ ਆ, ਸਰਕਾਰ ਪ੍ਰੈਸ਼ਰ 'ਚ ਆ। ਕੋਈ ਇਹ ਵੱਡੀ ਗੱਲ ਨਹੀਂ ਜੇ ਇਹ ਕਹਿੰਦੇ ਆ ਵੀ ਇਹ ਅੰਦੋਲਨ ਦਾ ਕੋਈ ਭਾਜਪਾ ਨੂੰ ਫਰਕ ਨਹੀਂ ਪਿਆ। ਪ੍ਰੈਸ਼ਰ ਦਾ ਕਿਸੇ ਦਾ ਦਬਾਅ ਪੈਂਦਾ, ਗੁਬਾਰਾ ਫਟਦਾ ਆ। ਤੁਹਾਨੂੰ ਕੀ ਲੱਗਦਾ ਗੁਬਾਰਾ ਕਦੋਂ ਫਟਣ ਵਾਲਾ ਆ? ਲਗਭਗ ਜੀ ਫਟਣ ਵਾਲਾ, ਯੂਪੀ ਦੀਆਂ ਚੋਣਾਂ ਤੋਂ ਪਹਿਲਾਂ ਫਟ ਜਾਣਾ ਹੈ। ਤੁਹਾਡਾ ਮਤਲਬ ਹੈ ਹਾਲੀ ਇਹ ਸੰਘਰਸ਼ ਨੂੰ ਤੁਹਾਨੂੰ ਸਾਲ ਹੋਰ ਚਲਾਉਣਾ ਪਊਗਾ, ਨੀਂਦ ਹਾਲੀ ਖੁੱਲ੍ਹੀ ਨਹੀਂ ਸਰਕਾਰ ਦੀ ਸਾਲ ਭਰ। ਸਾਨੂੰ ਤੇ 24 ਤੱਕ ਵੀ ਚਲਾਉਣਾ ਪਿਆ ਤੇ ਇਹ ਸੰਘਰਸ਼ 24 ਤੱਕ ਹੀ ਚੱਲੂਗਾ, ਇਦਾਂ ਹੀ ਲੋਕ ਆਉਣਗੇ। ਤੁਹਾਡਾ ਮਤਲਬ ਹੈ ਕਿ ਅਗਲੇ ਲੋਕ ਸਭਾ ਚੁਣਾਵਾਂ ਤੱਕ ਵੀ ਇਹ ਤੁਸੀਂ ਸੰਘਰਸ਼ ਚਲਾਉਣ ਨੂੰ ਤਿਆਰ ਹੋ, ਤੁਸੀਂ ਰੈਡੀ ਹੋ ਅਗਰ ਸਰਕਾਰ ਨਹੀਂ ਜਾਗਦੀ, ਨਹੀਂ ਸੁਣਦੀ। ਅਸਲੀਅਤ ਦੇ ਵਿੱਚ ਜਮਹੂਰੀਅਤ ਉਹਨੂੰ ਕਹਿੰਦੇ ਆ ਜਦੋਂ ਇੱਕ ਵੀ ਇਨਸਾਨ ਕਿਸੇ ਚੀਜ਼ ਦਾ ਵਿਰੋਧ ਕਰਦਾ ਹੈ, ਕਿਸੇ ਵੀ ਬਿੱਲ ਦਾ ਵਿਰੋਧ ਕਰਦਾ ਹੈ, ਤਾਂ ਸਰਕਾਰ ਨੂੰ ਉਸੇ ਟਾਈਮ ਉਹਦੀ ਗੱਲ ਸੁਣਨੀ ਚਾਹੀਦੀ ਹੈ। ਇੱਕ ਵੀ ਇਨਸਾਨ, ਇੱਥੇ ਤਾਂ ਲੱਖਾਂ ਇਨਸਾਨ, ਕਰੋੜਾਂ ਇਨਸਾਨ ਵਿਰੋਧ ਕਰ ਰਹੇ ਆ। 130 ਕਰੋੜ ਹਿੰਦੁਸਤਾਨ ਦੀ ਪਾਪੂਲੇਸ਼ਨ ਹੈ, ਜਿਸ ਤੋਂ 60% ਲੋਕ ਕਿਸਾਨ ਹਨ, ਯਾਨੀ ਕਿ 70 ਤੋਂ 80 ਕਰੋੜ ਕਿਸਾਨ ਹੀ ਆ ਸਾਡੇ ਦੇਸ਼ 'ਚ। ਉਹ ਵਿਰੋਧ ਕਰ ਰਹੇ ਆ, ਜਿਹਦੀ ਨੁਮਾਇੰਦਗੀ ਸਾਡੇ ਪੰਜਾਬੀ ਕਿਸਾਨ ਕਰ ਰਹੇ ਨੇ, ਹਰਿਆਣਵੀ ਕਿਸਾਨ ਕਰ ਰਹੇ ਆ, ਯੂਪੀ ਦੀ ਕਿਸਾਨ ਕਰ ਰਹੇ ਆ, ਕਿਉਂਕਿ ਉਹ ਦਿੱਲੀ ਦੀ ਬਰੂਹਾਂ ਦੇ ਨਜ਼ਦੀਕ ਬੈਠੇ ਹਨ। ਫਿਰ ਵੀ ਸਰਕਾਰ ਦੀ ਨੀਂਦ ਨਹੀਂ ਖੁੱਲ ਰਹੀ। ਤਾਂ ਇਹ ਬੜੀ ਹੈਰਾਨੀ ਦੀ ਗੱਲ ਹੈ। ਵੀਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਸਰਕਾਰ ਇੰਨੀ ਸੁੱਤੀ ਪਈ ਹੈ, ਜਮਹੂਰੀਅਤ ਦੇ ਵਿੱਚ ਵੀ ਲੋਕਾਂ ਦੀ ਗੱਲ ਨਹੀਂ ਸੁਣਦੀ, ਕੀ ਕਾਰਨ ਹੈ ਜਿਹੜਾ ਲੋਕਾਂ ਦੀ ਗੱਲ ਨਹੀਂ ਸੁਣਦੀ ਸਰਕਾਰ? ਉਹਦੇ ਨਾਮ ਹੀ ਤਾਂ ਗੱਲ ਹੀ ਨਹੀਂ ਰਹੀ। ਲੋਕਾਂ ਦੇ ਕਹਿਣ ਨੂੰ ਆ ਵੀ ਇਹ ਲੋਕਤੰਤਰ ਹੈ, ਪਰ ਲੋਕਤੰਤਰ ਨਹੀਂ। ਇੱਥੇ ਜਿਹੜਾ ਡਿਕਟੇਟਰਸ਼ਿਪ ਚੱਲਦੀ ਆ ਮੋਦੀ ਦੀ ਤੇ ਆਰਐਸਐਸ ਦੀ, ਇਹਦੀਆਂ ਬੜੀਆਂ ਮਾੜੀਆਂ ਨੀਤੀਆਂ ਜਿਹੜਾ ਪੂਰੇ ਭਾਰਤ ਦੇ ਜਿੰਨੇ ਵੀ ਲੋਕ ਆ ਉਹਨਾਂ ਤੇ ਇਹਦਾ ਬੜਾ ਮਾੜਾ ਅਸਰ ਪੈਣਾ। ਇਹ ਜਿਹੜਾ ਅੰਦੋਲਨ ਹੈ ਦਿੱਲੀ ਦੀਆਂ ਬਰੂਹਾਂ ਤੇ ਚੱਲਦਾ, ਉਹ ਇਕੱਲਾ ਕਿਸਾਨਾਂ ਦਾ ਨਹੀਂ, ਇਹ ਸਮੁੱਚੇ ਦੇਸ਼ ਵਾਸੀਆਂ ਦਾ ਬਣ ਗਿਆ। ਕਿਉਂਕਿ ਖਾਸ ਕਰਕੇ ਜਿਹੜੇ ਖਪਤਕਾਰ ਲੋਕ ਆ, ਭਾਵੇਂ ਉਹ ਕਿਸੇ ਵੀ ਮਿਨੋਰਟੀ ਦੇ ਵਿੱਚ ਰਹਿੰਦੇ ਹੋਣ, ਉਹਨਾਂ ਸਾਰਿਆਂ ਦੇ ਇਹਦਾ ਅਸਰ ਜਾਣਾ। ਮੋਟੇ ਤੌਰ ਤੇ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਅਬਾਨੀਆਂ ਅਡਾਨੀਆਂ ਦੇ ਵੱਡੇ ਵੱਡੇ ਮਾਲ ਆ ਉਹਨਾਂ ਦੇ ਅੰਦਰ ਜਦੋਂ ਕੋਈ ਇੱਕ ਖੱਲੀ ਖਰੀਦਿਆ ਜਾ ਕੇ, ਇੱਕ ਖੱਲੀ ਪੈਕਿੰਗ ਕੀਤੀ ਉਹ 80 ਰੁਪਏ ਦੀ ਮਿਲ ਰਹੀ ਆ। ਜਿਹੜੀ ਉੱਥੇ ਮੱਕੀ ਦਾ ਆਟਾ ਆ ਉਹ 140 ਰੁਪਏ ਕਿਲੋ ਮਿਲ ਰਿਹਾ। ਜਿਹੜੀ ਕਣਕ ਆ ਕੱਲੀ ਲੈਣੀ ਆ ਉਹਨਾਂ ਦੇ ਮਾਲ ਵਿੱਚੋਂ ਜਾ ਕੇ 40 ਰੁਪਏ ਕਿਲੋ ਮਿਲ ਰਹੀ ਆ। ਇਹ ਹਾਲ ਆ ਇਹਨਾਂ ਦਾ। ਜਦੋਂ ਇਹਨੂੰ ਸਭ ਕੁਝ ਸਟੋਰ ਕਰਕੇ ਜਿਹੜਾ ਜ਼ਰੂਰੀ ਵਸਤਾਂ ਸੋਧ ਬਿੱਲ ਆ ਉਹਦੇ ਰਾਹੀਂ ਪੂਰੇ ਸਾਡੇ ਫੂਡ ਤੇ ਕਬਜ਼ਾ ਕਰਨਾ ਚਾਹੁੰਦੇ ਆ। ਇਸ ਕਰਕੇ ਅਸੀਂ ਵੱਖ-ਵੱਖ ਪਿੰਡਾਂ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ। ਅੱਜ ਵੱਡੀ ਗਿਣਤੀ ਦੇ ਵਿੱਚ ਉਸ ਮੋਰਚੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਤਾਂ ਕਿ ਮੋਦੀ ਨੂੰ ਹਰਾ ਕੇ ਉਹ 3 ਕਾਲੇ ਕਾਨੂੰਨ ਜਿਹੜੇ ਰੱਦ ਕਰਾਏ ਜਾਣ, ਜਿਨ੍ਹਾਂ ਦਾ ਆਮ ਲੋਕਾਂ 'ਤੇ ਬੜਾ ਮਾੜਾ ਅਸਰ ਪੈਣਾ। ਇਸੇ ਤਰ੍ਹਾਂ ਜਿਹੜੇ ਕਿਰਤ ਕਾਨੂੰਨ ਸੀ ਜਿਹੜੇ ਮਜ਼ਦੂਰਾਂ ਦੇ ਹੱਕ ਦੇ ਬਣੇ ਹੋ ਸੀ, ਉਹ ਮੋਦੀ ਦੀ ਸਰਕਾਰ ਨੇ, ਸੈਂਟਰ ਦੀ ਸਰਕਾਰ ਨੇ 40 ਕਿਰਤ ਕਾਨੂੰਨ ਤੋੜ ਕੇ 4 ਕੋਡ ਬਣਾਤੇ, ਕਿਉਂਕਿ ਸਰਕਾਰ ਨੂੰ ਇਸ ਗੱਲ ਦਾ ਭੁਲੇਖਾ ਸੀ ਵੀ ਅਸੀਂ ਕੱਲਿਆਂ ਤੇ ਹਮਲਾ ਕਰਕੇ ਅਸੀਂ ਕੱਲਿਆਂ ਨੂੰ ਦਬਾ ਲੈਣਾ। ਪਰ ਭਾਰਤ ਦੇਸ਼ ਦੇ ਅੰਦਰ ਲੋਕ ਬੜੇ ਸੁਚੇਤ ਆ, ਖਾਸ ਕਰਕੇ ਪੰਜਾਬ ਤੇ ਹਰਿਆਣੇ ਦੇ, ਜਿਨ੍ਹਾਂ ਨੇ ਅੱਜ ਅਗਵਾਈ ਕੀਤੀ ਆ। ਪੂਰੇ ਦੇਸ਼ ਦਾ ਇਹ ਅੰਦੋਲਨ ਬਣ ਗਿਆ। ਜੇ ਇਦਾਂ ਕਹਿ ਲਈਏ ਪੂਰੀ ਦੁਨੀਆ ਦਾ ਅੰਦੋਲਨ ਬਣ ਗਿਆ। ਇਸ ਦਬਾਅ ਦੇ ਕਾਰਨ ਜਿਹੜਾ ਦਿੱਲੀ ਦੇ ਅੰਦਰ ਮੋਰਚਾ ਚੱਲਦਾ, ਫਰਾਂਸ ਦੇ ਲੋਕਾਂ ਨੇ ਉੱਥੇ MSP ਜਿਹੜੀ ਉਹ ਲਾਗੂ ਕਰ ਦਿੱਤੀ। ਇਹ ਦਬਾਅ ਆ ਸਾਡੇ ਇਸ ਅੰਦੋਲਨ ਦਾ। ਸਰ, ਤੁਸੀਂ ਆਪਣਾ ਨਾਮ ਔਰ ਪਛਾਣ ਵੀ ਦੱਸੋ ਸਾਡੇ ਵਿਊਅਰਸ ਨੂੰ, ਸਾਡੇ ਸਰੋਤਿਆਂ ਨੂੰ, ਕਿ ਤੁਸੀਂ ਕਿਹੜੀ ਸਭਾ ਨੂੰ ਪ੍ਰੈਜ਼ੈਂਟ ਕਰ ਰਹੇ ਹੋ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਪਰਮਜੀਤ ਸਿੰਘ ਰੰਧਾਵਾ। ਦਿਹਾਤੀ ਮਜ਼ਦੂਰ ਸਭਾ ਸਾਡੇ ਪੰਜਾਬ ਹਰਿਆਣੇ ਦੇ ਅੰਦਰ ਕੰਮ ਕਰਦੀ ਆ। ਅਸੀਂ ਮਜ਼ਦੂਰਾਂ ਨੂੰ, ਜਿਹੜੇ ਪਿੰਡਾਂ ਦੇ ਅੰਦਰ ਮਜ਼ਦੂਰ ਆ, ਜਿਹੜੇ ਇਕੱਲੇ ਆ, ਉਹਨਾਂ ਨੂੰ ਅਸੀਂ ਲਾਮਬੰਦ ਕਰਕੇ ਅਸੀਂ ਉਹਨਾਂ ਦੇ ਹੱਕ ਲਈ ਲੜ ਰਹੇ ਆ। ਤੇ ਇਸੇ ਕਰਕੇ ਮੈਂ ਕਿਰਤ ਕਾਨੂੰਨਾਂ ਦੀ ਗੱਲ ਕੀਤੀ ਆ। ਪਿੰਡਾਂ ਦੇ ਅੰਦਰ ਜਿਹੜੇ ਕਿਰਤੀ ਲੋਕ ਕੰਮ ਕਰਦੇ ਆ ਉਹਨਾਂ ਨੂੰ ਕਿਰਤ ਕਾਨੂੰਨਾਂ ਬਾਰੇ ਗਿਆਨ ਨਹੀਂ। ਅਸੀਂ ਜਾ ਕੇ ਉਹਨਾਂ ਨੂੰ ਦੱਸਦੇ ਆ ਵੀ ਤੁਹਾਡੇ ਹੱਕ ਦੇ ਜਿਹੜੇ ਕਿਰਤ ਕਾਨੂੰਨ ਆ ਜਾਗਰੂਕ ਕਰਕੇ, ਨਾਲ ਦੀ ਨਾਲੇ ਦੱਸ ਰਹੇ ਆ ਵੀ ਜਿਹੜੀ ਜ਼ਰੂਰੀ ਵਸਤਾਂ ਸੋਧ ਬਿੱਲ ਆ
ਉਹਦਾ ਹਮਲਾ ਸਾਡੇ ਤੇ ਹੋਣਾ। ਇਸ ਕਰਕੇ ਮਜ਼ਦੂਰਾਂ ਲਾਮਤ ਕਰਕੇ ਅਸੀਂ ਦਿੱਲੀ ਮੋਰਚੇ 'ਚ ਅੱਜ ਸ਼ਾਮਲ ਹੋਣ ਜਾ ਰਹੇ ਹਾਂ। ਨਾਰੇ ਲਾ ਦੇ ਲੋਕ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਮੋਰਚਾ ਜਿੰਦਾਬਾਦ 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 ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਗੱਲ ਹੈ ਕਿ ਜਿਹੜਾ ਮੋਦੀ ਸਾਹਿਬ ਹੈ ਅੰਬਾਨੀ ਅਡਾਨੀ ਦੀਆਂ ਗੱਲਾਂ ਦਾ ਸੁਣ ਲੈਂਦੇ ਆ, ਮਜ਼ਦੂਰਾਂ ਦੀਆਂ ਗੱਲਾਂ ਨਹੀਂ ਸੁਣਨ ਲਾਇਕ। ਪਿਛਲੇ 7-8 ਮਹੀਨੇ ਤੋਂ ਸੰਘਰਸ਼ ਚੱਲ ਰਿਹਾ, ਕੀ ਕਾਰਨ ਹੈ ਤੁਹਾਨੂੰ ਲੱਗਦਾ? ਅਸਲ ਵਿੱਚ ਲੋਕਾਂ ਦੀ ਸਰਕਾਰ ਨਹੀਂ, ਭਾਵੇਂ ਵੋਟਾਂ ਲੋਕਾਂ ਕੋਲੋਂ ਲਈਆਂ, ਪਰ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਲਦੀ ਆ। ਇਹਦੇ ਪਿੱਛੇ ਸਾਮਰਾਜਵਾਦ ਆ। ਅਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਦੇ ਆ। ਲੋਕਾਂ ਦੇ ਅੱਖੀਂ ਕੱਟਾ ਪਾ ਕੇ ਨਹੀਂ ਵੋਟਾਂ ਲਈਆਂ। ਅੱਜ ਇਹ ਸਾਮਰਾਜ ਦੇ ਹੱਥਾਂ 'ਚ ਖੇਡ ਰਿਹਾ। ਜੋ ਸਾਮਰਾਜ ਕਰਿਆ ਉਹ ਕਰ ਰਿਹਾ। ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੂੰ ਨੀਂਹ ਚੋਂ ਜਗਾਉਣ ਲਈ, ਆਪਣੀ ਗੱਲ ਸੁਣਾਉਣ ਲਈ ਅੱਗੇ ਹੋਰ ਸੰਘਰਸ਼ ਨੂੰ ਕਿੱਦਾਂ ਤਿੱਖਾ ਕਰਨਾ ਪਏਗਾ? ਇਸ ਗੱਲ ਨੂੰ ਅਸੀਂ ਪੜਾਵਾਰ ਜਿਉਂ-ਜਿਉਂ ਸੰਯੁਕਤ ਮੋਰਚੇ ਦੀ ਮੀਟਿੰਗ ਕਰਕੇ ਜੋ ਵੀ ਫੈਸਲਾ ਹੋਊਗਾ ਉਹਦੇ ਮੁਤਾਬਕ ਅਸੀਂ ਇਹਨੂੰ ਅੱਗੇ ਲਿਜਾਂਦੇ ਰਹਾਂਗੇ। ਜਿਹੜੇ ਪੰਜਾਬ ਦੇ ਲੋਕ ਆ ਉਹ ਬਿਲਕੁਲ ਵੀ ਘਰਾਂ ਨਹੀਂ ਬੈਠਣਗੇ। ਵੱਡੀ ਗਿਣਤੀ ਦੇ ਲੋਕ ਕਰਦੇ। ਕਿਸਾਨ ਮਜ਼ਦੂਰ ਹੁਣ ਬਿਲਕੁਲ ਦਿੱਲੀ ਦੀ ਗੁਫਾ ਤੇ ਜਾ ਕੇ ਬਾਰਡਰ ਤੇ ਬੈਠੇ ਨੇ। 2 ਕਦਮ ਦਾ ਡਿਸਟੈਂਸ ਆ, ਉਸ ਤੋਂ 2 ਕਦਮ ਵੀ ਪੱਟ ਰਹੇ। ਇਸੇ ਕਰਕੇ ਲੋਕਾਂ ਦਾ ਦਬਾਅ ਆ ਤੇ ਦੂਜਾ ਪੂਰੀ ਸਾਮਰਾਜ ਦਾ ਦਬਾਅ ਹੋਣ ਦੇ ਕਾਰਨ ਸਿੱਧੇ ਤੌਰ ਤੇ ਆਪਣੇ ਤੌਰ ਤੇ ਫੈਸਲਾ ਲੈਣ ਦੀ ਸਮਰੱਥਾ ਨਹੀਂ ਉਹਦੇ ਅੰਦਰ। ਪਿੱਛੋਂ ਜਿੰਨਾ ਚਿਰ ਕਾਰਪੋਰੇਟ ਘਰਾਣੇ ਉਹਨਾਂ ਨੂੰ ਕੁਝ ਦੱਸਦੇ ਆ, ਉਨੀ ਕੋ ਆ ਕੇ ਗੱਲ ਕਰਦੇ ਆ। ਅਸੀਂ ਸੰਯੁਕਤ ਮੋਰਚੇ ਵੱਲੋਂ ਸਿੱਧੇ ਤੌਰ ਤੇ ਗੱਲ ਕਰਦੇ ਆ ਹਰ ਵਾਰੀ ਬੈਠ ਕੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸੀ ਸਾਡਾ ਲਾਈਵ ਟੋਲ ਪਲਾਜ਼ਾ ਫਿਲੌਰ ਤੋਂ, ਜਿੱਥੇ ਕਿ ਸੰਗਤਾਂ ਇਕੱਠੀਆਂ ਹੋ ਰਹੀਆਂ ਨੇ ਦਿੱਲੀ ਦੇ ਬਾਰਡਰਾਂ ਦੇ ਜਾਣ ਵਾਸਤੇ। ਔਰ ਇੱਥੇ ਲੰਗਰ ਸੇਵਾ ਵੀ ਨਿਰੰਤਰ ਚੱਲ ਰਹੀ ਹੈ। ਔਰ ਟੋਲ ਪਲਾਜ਼ਾ ਦੇ ਉੱਤੇ ਸੰਘਰਸ਼ ਵੀ ਤੁਹਾਨੂੰ ਪਤਾ ਹੈ ਪਿਛਲੇ 9 ਮਹੀਨੇ ਤੋਂ ਚੱਲ ਰਿਹਾ ਹੈ। ਉਹ ਇਹ 3 ਖੇਤੀ ਬਿੱਲਾਂ ਦੇ ਵਿਰੁੱਧ ਚੱਲ ਰਿਹਾ ਹੈ, 3 ਕਾਲੇ ਕਾਨੂੰਨਾਂ ਦੇ ਵਿਰੁੱਧ ਚੱਲ ਰਿਹਾ ਹੈ। ਦੇਖੋ ਹੁਣ ਕਦੋਂ ਸੁਣਵਾਈ ਹੁੰਦੀ ਹੈ। ਤੁਹਾਡੀਆਂ ਲਾਈਵ ਤਸਵੀਰਾਂ ਸਾਡੀਆਂ। ਥੈਂਕ ਯੂ ਵੀਰ ਜੀ। ਔਰ ਫਿਰ ਮਿਲਾਂਗੇ ਨਵੇਂ ਲਾਈਵ ਨਾਲ ਜਾਂਦੇ ਜਾਂਦੇ ਟੋਲ ਪਲਾਜ਼ਾ ਦੀਆਂ ਤਸਵੀਰਾਂ ਦਿਖਾ ਦੇਖੋ ਇਹਨਾਂ ਨੇ ਕਿਸਾਨਾਂ ਨੇ ਆਪਣਾ ਸੰਯੁਕਤ ਕਿਸਾਨ ਮੋਰਚਾ ਭਾਰਤ ਦਾ ਬੋਰਡ ਵੀ ਲਗਾਇਆ ਹੋਇਆ ਹੈ। ਤੁਹਾਡੇ ਸਾਹਮਣੇ ਤਸਵੀਰਾਂ ਨੇ, ਤੁਹਾਨੂੰ ਟੋਲ ਪਲਾਜ਼ੇ ਦਾ ਵੀ ਦਿਖਾਵਾਂਗੇ ਨਜ਼ਾਰਾ। ਦੇਖੋ ਤੁਸੀਂ ਦੇਖ ਰਹੇ ਹੋ ਜਿਹੜਾ ਤਸਵੀਰਾਂ ਸਿਰਫ ਕਿਸਾਨ ਮੋਰਚਾ ਇਹਨਾਂ ਨੇ ਟੋਲ ਪਲਾਜ਼ਾ ਦੇ ਉੱਤੇ ਬਣਾਇਆ ਹੋਇਆ ਹੈ ਜੀ। ਇਹ ਟੋਲ ਪਲਾਜ਼ਾ ਤੇ ਇਹਨਾਂ ਦਾ ਸੰਘਰਸ਼ ਬਿੱਲ ਜਿਹੜੇ ਸਰਕਾਰ ਨੇ ਲਿਆਂਦੇ ਉਹਨਾਂ ਦੇ ਵਿਰੋਧ ਚੱਲ ਰਿਹਾ। ਤੁਸੀਂ ਦੇਖ ਸਕਦੇ ਹੋ ਨਜ਼ਾਰਾ ਹੈ ਕਿਸੇ ਨੂੰ ਕੋਈ ਟੋਲ ਪਲਾਜ਼ਾ ਮਿਲ ਚੱਲ ਰਿਹਾ, ਬਿਲਕੁਲ ਫ੍ਰੀ ਨੇ ਟੋਲ ਪਲਾਜ਼ੇ। ਇੱਥੋਂ ਗੱਡੀਆਂ ਦੀ ਆਵਾਜਾਈ ਬਿਲਕੁਲ ਫ੍ਰੀ ਚੱਲ ਰਹੀ ਹੈ। ਤੁਸੀਂ ਦੂਜੇ ਪਾਸੇ ਵੀ ਤਸਵੀਰਾਂ ਦਿਖਾ ਸਕਦੇ ਹੋ। ਕੋਈ ਏਦਾਂ ਦਾ ਰੋਕ ਟੋਕ ਨਹੀਂ ਹੈ, ਬਿਲਕੁਲ ਫ੍ਰੀ ਆਵਾਜਾਈ ਹੈ। ਜਿਹੜਾ ਤੁਹਾਨੂੰ ਗੱਡੀਆਂ ਦਾ ਫਾਸਲਾ ਦਿਖ ਰਿਹਾ ਹੈ, ਸਾਰੀਆਂ ਗੱਡੀਆਂ ਜਿਹੜੀਆਂ ਦਿੱਲੀ ਬਾਰਡਰਾਂ ਤੇ ਜਾਣ ਲਈ ਇਕੱਠੀਆਂ ਹੋਈਆਂ। ਤੁਹਾਨੂੰ ਝੰਡੇ ਵੀ ਦਿਖਾ ਸਕਦੇ ਜਿਹੜੇ ਗੱਡੀਆਂ ਤੇ ਲੱਗੇ ਹੋਏ ਨੇ। ਇਹ ਇਕੱਠੇ ਹੋ ਰਹੇ ਨੇ। ਅੱਜ 28 ਤਰੀਕ ਨੂੰ ਗਏ ਨੇ, ਉਸ ਤੋਂ ਬਾਅਦ 2 ਤਰੀਕ ਨੂੰ ਫਿਰ ਜਾਣਗੇ। ਹਰ 4-4 ਦਿਨ ਬਾਅਦ 250 ਗੱਡੀ ਦਾ ਫਾਸਲਾ ਜਾ ਰਿਹਾ ਜੀ। ਅੱਜ ਵੀ 250 ਗੱਡੀ ਗਈ ਹੈ ਦਿੱਲੀ ਬਾਰਡਰ ਤੇ ਇੱਥੋਂ। ਕੀ ਕਾਰਨ ਹੈ ਤੁਸੀਂ ਸਿੱਖੂ ਬਾਰਡਰ ਵੱਲ ਜਾ ਰਹੇ ਹੋ, ਕੂਚ ਕਰ ਰਹੇ ਹੋ? ਤੱਕ ਮੋਰਚੇ ਦੇ ਕਾਰਜਕਰਤਾ ਨੂੰ ਫਾਸਲੇ ਨੂੰ ਨਿਕਾਲਣ ਦਾ ਸਾਡਾ ਆਦਰ ਹੈ। ਬਹੁਤ ਬਹੁਤ ਧੰਨਵਾਦ ਦੀਦੀ। ਹੋ ਰਹੇ ਸੀ ਤੁਹਾਨੂੰ ਦਿਖਾ ਰਹੇ ਸੀ ਗੱਡੀਆਂ ਦੇ ਵਿੱਚ ਬੈਠੇ ਸੀਗੇ ਔਰ ਜਾ ਰਹੇ ਨੇ। ਔਰ ਇਹਨਾਂ ਦੀ ਵੀ ਗੱਡੀ ਤੇ ਆ ਦੇਖੋ ਬੈਨਰ ਲੱਗਿਆ ਹੋਇਆ ਹੈ। ਅਸੀਂ ਵੀਰ ਜੀ ਸਿੱਖੂ ਬਾਰਡਰ ਵੱਲ ਜਾ ਰਹੇ ਹੋ, ਕੀ ਕਾਰਨ ਹੈ? ਜੋ ਸਿੱਖੂ ਬਾਰਡਰ ਵੱਲ ਸਾਰੇ ਇਕੱਠੇ ਹੋ ਰਹੇ। ਤੁਸੀਂ ਵੀ ਸਿੰਘੂ ਬਾਰਡਰ ਜਾ ਰਹੇ ਹੋ ਜੀ? ਕਿਸ ਕਰਕੇ ਜਾ ਰਹੇ ਹੋ? ਇੱਕ ਵਾਰ ਵਜ੍ਹਾ ਦੱਸ ਦਿਓ। ਭਾਜੀ ਬੱਚੇ ਨੂੰ ਪਤਾ ਲੱਗਾ ਵੀ ਕਿਸ ਕਰਕੇ ਜਾ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਉਹ ਲੋਕਾਂ ਨੂੰ ਤਾਂ ਮਨ ਕੀ ਬਾਤ ਬੜੀ ਸੁਣਾਉਂਦੇ ਆ, ਪਰ ਅਸੀਂ 6 ਮਹੀਨਿਆਂ ਤੋਂ ਉੱਥੇ ਬੈਠੇ ਆ, ਸਾਡੀ ਗੱਲ ਨਹੀਂ ਸੁਣ ਕੇ ਰਾਜੀ, ਇਸ ਕਰਕੇ ਜਾ ਰਹੇ ਹਾਂ। ਆਪਣੀ ਗੱਲ ਸੁਣਾਉਣ ਜਾ ਰਹੇ ਹੋ। ਥੈਂਕ ਯੂ। ਲੰਗਰ ਸੇਵਾ ਵੀ ਕਰਦੀ ਹੈ, ਤੁਹਾਨੂੰ ਲੰਗਰ ਸੇਵਾ ਵੀ ਦਿਖਾਵਾਂਗੇ। ਲੰਗਰ ਸੇਵਾ ਕਰਦੀ ਹੈ ਜੀ।
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਓ ਪਿਆਰੇ ਆਓ, ਜੀ ਆਇਆਂ ਨੂੰ, ਜੀ ਆਇਆਂ ਨੂੰ। ਛਕੀ ਚੱਲੋ, ਨਾਮ ਜਪੀ ਚੱਲੋ, ਵੰਡ ਛਕੀ ਚੱਲੋ ਪਿਆਰਿਓ, ਆਓ ਜੀ ਆਓ, ਜੀ ਆਇਆਂ ਨੂੰ। ਵਾਹਿਗੁਰੂ। ਗੁਰੂ ਕਾ ਲੰਗਰ ਕੱਲ ਤੋਂ ਚੱਲ ਰਿਹਾ ਜੀ ਇੱਥੇ ਟੋਲ ਪਲਾਜ਼ਾ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਾਲ ਲੋਕਡਾਊਨ ਸਾਲ ਤੋਂ ਹੋ ਗਿਆ ਚੱਲ ਰਿਹਾ, ਉਹਦੇ ਵਿੱਚ ਵੀ ਕਾਲੇ ਕਾਨੂੰਨ ਆ ਗਏ, ਉਦੋਂ ਦੇ ਲੰਗਰ ਟੋਲ ਪਲਾਜ਼ਿਆਂ ਤੇ ਚੱਲੇ ਜਾਂਦੇ ਨੇ। ਰੇਲਵੇ ਸਟੇਸ਼ਨ ਤੋਂ ਉਸ ਤੋਂ ਬਾਅਦ ਹੋ ਗਿਆ ਦੂਜੇ ਲੰਗਰ 24 ਸੰਗਤ ਦੇ ਸਹਿਯੋਗ ਦੇ ਨਾਲ 24 ਰਾਤ ਜਿਹੜੇ ਖੇਤੀਬਾੜੀ ਕਾਨੂੰਨ ਲੈ ਕੇ ਆਉਂਦੇ ਨੇ ਸੈਂਟਰ ਸਰਕਾਰ ਨੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਗੱਲ ਹੈ ਕਿ ਜਦੋਂ ਸਾਰੇ ਸਾਡੇ ਜੱਜ, ਵਕੀਲ, ਡਾਕਟਰ, ਆੜ੍ਹਤੀ, ਦੁਕਾਨਦਾਰ, ਜ਼ਿਮੀਂਦਾਰ ਸਾਰੇ ਮਾੜੇ ਆਪਣੇ, ਇਹ ਮਾੜੇ ਹੀ ਨੇ। ਇਹ ਪ੍ਰਧਾਨ ਮੰਤਰੀ ਨੂੰ ਹੱਥ ਬੰਨ੍ਹ ਕੇ ਇਹਨਾਂ ਨੂੰ ਵਾਪਸ ਲੈ ਲਓ। ਸਾਡੇ ਵੀਰ ਭਰਾ ਜਾਂ ਮਾਵਾਂ ਭੈਣਾਂ ਬਾਰਡਰਾਂ ਨੂੰ ਘਰ ਨੂੰ ਚੱਲੋ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਆ ਦੇਖੋ ਜੀ, ਗੁਰੂ ਦਾ ਲੰਗਰ ਨਿਰੰਤਰ ਚੱਲ ਰਿਹਾ ਹੈ। ਔਰ ਇਹ ਸੀ ਸਾਡਾ ਅੱਜ ਦਾ ਲਾਈਵ ਟੋਲ ਪਲਾਜ਼ਾ ਤੋਂ। ਫਿਰ ਮਿਲਾਂਗੇ ਇੱਕ ਨਵੇਂ ਲਾਈਵ ਦੇ ਨਾਲ। ਆਸ਼ਾ ਕਰਦੇ ਹਾਂ ਤੁਹਾਨੂੰ ਅੱਜ ਦਾ ਸਾਡਾ ਲਾਈਵ ਪਸੰਦ ਆਇਆ ਹੋਵੇਗਾ।